बीजेपी के पूर्व सांसद श्वेत मलिक जी नाल। श्वेत मलिक जी, की है प्रोग्राम, की सारा रहेगा इस G20 सबमिट दे विच और कितनी देर तक ये प्रोग्राम चलेगा? दो हिस्सों च इसनूं वंडिया गया। ਸਭ ਤੋਂ ਪਹਿਲੇ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਦਿਆਂਗਾ ਕਿ ਉਹ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਉਹਨਾਂ ਦਾ ਸਰਵੇ ਹੋਇਆ ਸੀਗਾ ਔਰ ਉਹਦੇ ਵਿੱਚ ਇਹ ਭਾਰਤ ਨੂੰ ਗੌਰਵ ਪ੍ਰਾਪਤ ਹੋਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਯਸ਼ਸਵੀ ਓਜਸਵੀ ਕਰਮਯੋਗੀ ਸੰਨਿਆਸੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਵਿਸ਼ਵ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣ ਕੇ ਉਭਰੇ ਸੀਗੇ। ਅੱਜ ਨਵੇਂ ਜਿਹੜੇ ਉਪਲਬਧੀਆਂ ਨੇ, ਨਵੇਂ ਗੌਰਵ ਨੇ, ਉਹ ਨਰਿੰਦਰ ਮੋਦੀ ਜੀ ਦੇ ਮਾਧਿਅਮ ਦੇ ਨਾਲ ਭਾਰਤ ਦੇਸ਼ ਨੂੰ ਮਿਲ ਰਹੇ ਨੇ ਕਿ ਨਰਿੰਦਰ ਮੋਦੀ ਜੀ ਨੂੰ G20 ਜਿਹੜਾ ਸੰਮੇਲਨ ਹੈ, ਜਿਹੜਾ ਆਰਗੇਨਾਈਜੇਸ਼ਨ ਹੈ, ਉਹਦਾ ਅਧਿਅਕਸ਼ ਚੁਣਿਆ ਗਿਆ। ਉਹ 1 ਦਸੰਬਰ 2022 ਤੋਂ 30 ਨਵੰਬਰ 2023 ਤੱਕ ਨਰਿੰਦਰ ਮੋਦੀ ਜੀ ਅਧਿਅਕਸ਼ ਰਹਿਣਗੇ ਔਰ ਭਾਰਤ ਦੇ ਵਿੱਚ ਇਹ ਸੰਮੇਲਨ ਜਿਹੜਾ ਹੈ ਹੋਣ ਲੱਗਾ ਹੈ, ਜਿਹਦੇ ਵਿੱਚ 19 ਦੇਸ਼ ਨੇ ਔਰ 20 ਯੂਰੋਪੀਅਨ ਯੂਨੀਅਨ ਹੈ, ਜਿਹਦੇ ਕਿ ਫਾਈਨੈਂਸ ਮਿਨਿਸਟਰ ਔਰ ਸੈਂਟਰਲ ਬੈਂਕ ਦੇ ਗਵਰਨਰਸ ਜਿਹੜੇ ਨੇ ਉਹ ਭਾਗ ਲੈਣਗੇ। ਇੱਕ ਬੈਠਕ ਇਹਦੇ ਸਿਲਸਿਲੇ 'ਚ ਵਿਦੇਸ਼ ਮੰਤਰੀਆਂ ਦੀ ਹੋ ਚੁੱਕੀ ਹੈ, ਜਿਹੜੀ ਬੈਠਕ ਦਿੱਲੀ ਦੇ ਵਿੱਚ ਹੋਈ ਔਰ ਵਿਦੇਸ਼ ਮੰਤਰੀ ਜਿਹੜੇ ਨੇ ਉਹ ਸਾਰੇ ਦੁਨੀਆ ਦੇ ਵਿਦੇਸ਼ ਮੰਤਰੀ ਆਏ। ਸੋ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ G20 ਸੰਮੇਲਨ ਅੰਮ੍ਰਿਤਸਰ ਸਾਹਿਬ ਨੂੰ, ਉਹਨਾਂ ਦਾ ਪੰਜਾਬੀਆਂ ਦੇ ਪ੍ਰਤੀ ਪ੍ਰੇਮ ਹੈ, ਪੰਜਾਬੀਆਂ ਨੂੰ ਪ੍ਰੇਮ ਕਰਦੇ ਨੇ, ਪੰਜਾਬੀਆਂ ਨਾਲ ਸਨੇਹ ਕਰਦੇ ਨੇ ਕਿ ਉਹਨਾਂ ਨੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਵਿਸ਼ਵ ਪ੍ਰਸਿੱਧ ਨਗਰੀ ਹੈ, ਇੱਥੇ ਸ਼੍ਰੀ ਹਰਿਮੰਦਰ ਸਾਹਿਬ ਹੈ, ਸ਼੍ਰੀ ਦੁਰਗਿਆਨਾ ਟੈਂਪਲ ਹੈ, ਇੱਥੇ ਜਲਿਆਂਵਾਲਾ ਬਾਗ ਸ਼ਹੀਦਾਂ ਦੀ ਧਰਤੀ ਹੈ, ਇੱਥੇ ਸ਼੍ਰੀ ਵਾਲਮੀਕੀ ਤੀਰਥ ਜਿਹੜਾ ਸਾਡਾ ਮੰਦਿਰ ਹੈ ਉਹ ਹੈ। ਸੋ ਐਸੇ ਸਥਾਨ ਦੇ ਉੱਤੇ ਇਹ ਸੰਮੇਲਨ ਸਾਨੂੰ ਦਿੱਤਾ ਹੈ। ਮੋਦੀ ਸਾਹਿਬ ਪਹਿਲੇ ਵੀ ਪੰਜਾਬੀਆਂ ਨੂੰ ਬਹੁਤ ਕੁਝ ਦੇ ਚੁੱਕੇ ਨੇ। 84 ਦੇ ਦੰਗਿਆਂ ਦੇ ਅਪਰਾਧੀਆਂ ਨੂੰ, ਸਿੱਖਾਂ ਨੂੰ ਤੇ ਪੰਜਾਬੀਆਂ ਨੂੰ, ਉਹ 84 ਦੇ ਦੰਗਿਆਂ ਦੇ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ, ਉਸ ਤੋਂ ਬਾਅਦ ਉਹਨਾਂ ਨੂੰ ਗ੍ਰਾਂਟ ਦੇਣਾ, ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਿ ਕਾਂਗਰਸ ਨੇ ਸਿਰਫ 2 ਕਿਲੋਮੀਟਰ ਦੂਰ ਸੀ, ਕਾਂਗਰਸ ਦੀ ਗਲਤੀ ਕਰਕੇ ਉਹ ਕਰਤਾਰਪੁਰ ਸਾਹਿਬ ਪਾਕਿਸਤਾਨ ਹੀ ਚਲਾ ਗਿਆ। ਉਹ ਸੁਧਾਰ ਕਿੰਨੇ ਕੀਤਾ? 70 ਸਾਲ ਬਾਅਦ ਮੋਦੀ ਜੀ ਨੇ ਕਿ ਅੱਜ ਉਹ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਜਿਹੜੇ ਨੇ ਉਹ ਸਾਨੂੰ ਹੋ ਰਹੇ ਨੇ। ਇਸੇ ਤਰ੍ਹਾਂ ਸੈਕਿੰਡ ਜਿਹੜਾ ਹੈਗਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜੇ ਆਗਮਨ ਦਿਹਾੜੇ ਨੇ ਉਹ ਮਨਾਏ ਕਿੰਨੇ? ਮੋਦੀ ਜੀ ਨੇ ਧੂਮਧਾਮ ਦੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਦਿਹਾੜੇ ਕਿੰਨੇ ਮਨਾਏ? ਮੋਦੀ ਜੀ ਨੇ। ਜਲਿਆਂਵਾਲੇ ਬਾਗ ਜਿਹਦਾ ਉਹਨਾਂ ਨੇ ਮੈਨੂੰ ਮਾਣ ਦਿੱਤਾ, ਉਹ ਚੇਅਰਮੈਨ ਨੇ ਟਰਸਟੀ ਹੋਣ ਦਾ ਮਾਣ ਦਿੱਤਾ। 70 ਸਾਲ ਤੱਕ ਉਹਦੀ ਦੁਰਗਤੀ ਸੀਗੀ, ਕੋਈ ਵਿਵਸਥਾ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦੀ ਉੱਥੇ ਪੇਜਲ ਜਾਂ ਸ਼ੌਚਾਲੇ ਦੀ ਸੁਵਿਧਾ ਨਹੀਂ ਸੀ। ਉਹ ਇੱਕ ਨਵਾਂ 20 ਕਰੋੜ ਰੁਪਏ ਦੇ ਕੇ ਜਲਿਆਂਵਾਲੇ ਬਾਗ ਦਾ ਨਵੀਨੀਕਰਨ ਕੀਤਾ, ਉਹ ਮੋਦੀ ਜੀ ਨੇ ਕੀਤਾ। ਲੰਗਰ ਤੋਂ GST ਹਟਾਈ, ਮੋਦੀ ਜੀ ਨੇ ਹਟਾਈ। ਬੰਦੀ ਸਿੰਘਾਂ ਦੀ ਲਿਆਈ, ਮੋਦੀ ਜੀ ਨੇ ਕਰਵਾਈ। ਸੋ ਉਸ ਸਤਰ 'ਤੇ ਜਿਹੜੇ ਬਾਕੀ ਬੱਚੇ ਨੇ ਉਹਦੇ 'ਤੇ ਵੀ ਕੰਮ ਚੱਲ ਰਿਹਾ ਹੈਗਾ। ਸੋ ਪੰਜਾਬੀਆਂ ਦੀ ਅੱਜ ਪੰਜਾਬੀ ਕਿਸਾਨ ਜਿਹੜੇ ਨੇ, ਪੰਜਾਬ ਕਿਸਾਨ ਪ੍ਰਮੁੱਖ ਪ੍ਰਦੇਸ਼ ਹੈ, ਸਾਰੇ ਦੇਸ਼ ਦੇ ਕਿਸਾਨਾਂ ਨੂੰ 6000 ਰੁਪਏ ਜਿਹੜੀ ਗ੍ਰਾਂਟ ਮਿਲ ਰਹੀ ਹੈ ਸਾਲ ਦੀ, ਉਹ ਮੋਦੀ ਜੀ ਨੇ ਦਿੱਤੀ। ਅੱਜ ਮੋਦੀ ਜੀ ਦੀਆਂ ਜੋ ਪੰਜਾਬ ਦੇ ਲਈ ਉਪਲਬਧੀਆਂ ਨੇ ਅੱਜ ਤੱਕ ਇਤਿਹਾਸ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਦੀ ਨਹੀਂ। ਔਰ ਇਹ ਵੀ ਉਪਲਬਧੀ ਹੋ ਗਈ ਕਿ G20 ਸੰਮੇਲਨ ਜਿਹੜਾ ਹੈ ਉਹ ਅੰਮ੍ਰਿਤਸਰ ਨੂੰ ਦਿੱਤਾ ਗਿਆ ਹੈ। G20 ਸੰਮੇਲਨ ਦੇ ਵਿੱਚ ਐਜੂਕੇਸ਼ਨ ਤੇ ਲੇਬਰ ਦਿੱਤੀ ਗਈ ਹੈ। ਐਜੂਕੇਸ਼ਨ ਵਿੱਚ ਤਾਂ ਸਾਡਾ ਦੇਸ਼ ਪਹਿਲੇ ਹੀ ਬੜਾ ਨਾਲੰਦਾ, ਤਕਸ਼ਲਾ ਜੈਸੇ ਯੂਨੀਵਰਸਿਟੀਜ਼ ਜਿਹੜੀਆਂ ਸੀਗੀਆਂ ਉਹ ਸਾਡੇ ਦੇਸ਼ ਹੀ ਸੀਗੀਆਂ, ਵਿਸ਼ਵ ਪ੍ਰਸਿੱਧ ਸੀ, ਵਿਸ਼ਵ ਗੁਰੂ ਕਹਾਉਂਦਾ ਸੀ। पर मैकेले जैसे कुछ लोगों ने आके तहस नहस करती साड़ी एजुकेशन की प्रणाली और कांग्रेस ने उहदे ते हथ सेके। आज मोदी जी ने IITs खोल के, IIMs खोल के, मैडिकल कॉलेजेस खोल के, NITs खोल के एजुकेशन का स्तर जिहड़ा है देश बहुत उच्चा करता है। मैं समझना वा कि एजुकेशन के उत्ते जो ये G20 का मोदी जी ने रखा वासुदेव कुटुंबकम नारा दिता उन्होंने कि एक धरती है और एक ਉਹਦੇ ਤੇ ਕਟੁੰਬ ਹੋਏਗਾ ਔਰ ਇੱਕ ਹੀ ਉਹਨਾਂ ਦਾ ਵਿਕਾਸ ਹੋਏਗਾ ਜਿਹੜਾ ਉਹਨਾਂ ਦਾ ਗਰੋਥ ਹੋਏਗੀ। ਸੋ ਇਕੱਠੇ ਗਰੋ ਕਰਨਗੇ ਸਾਰੇ। ਇਹ ਨਾਰਾ ਜਿਹੜਾ ਮੋਦੀ ਜੀ ਨੇ ਦਿੱਤਾ ਹੈਗਾ ਕਿ ਜਿਹਦੇ ਨਾਲ ਭਵਿੱਖ ਜਿਹੜਾ ਫਿਊਚਰ ਉਹ ਸਭ ਦਾ ਇੱਕ ਹੋਣਾ ਚਾਹੀਦਾ ਹੈਗਾ। ਸੋ ਉਹਦੇ 'ਚ ਦੇਸ਼ ਦੀ ਐਜੂਕੇਸ਼ਨ ਪ੍ਰਣਾਲੀ ਦੇ ਵਿੱਚ ਆਏ ਕ੍ਰਾਂਤੀਕਾਰੀ ਸੁਧਾਰ ਦੇ ਨਾਲ ਵਿਸ਼ਵ ਦੇ ਦੇਸ਼ਾਂ ਨੂੰ ਪ੍ਰੇਰਨਾ ਮਿਲੇਗੀ। ਇਸੇ ਤਰ੍ਹਾਂ ਲੇਬਰ ਦੇ ਉੱਤੇ ਕਾਨਫਰੰਸ ਅੰਮ੍ਰਿਤਸਰ ਵਿੱਚ ਹੋਣੀ ਹੈ। ਲੇਬਰ ਵਿੱਚ ਵੀ ਮੋਦੀ ਜੀ ਨੇ ਸਕਿੱਲ ਡਿਵੈਲਪਮੈਂਟ ਦੇ ਉੱਤੇ ਨਵੀਂ ਮਿਨਿਸਟਰੀ ਬਣਾਈ। ਜਿਹੜੇ ਸਟਾਰਟਅਪ ਸੀਗੇ ਉਹਨਾਂ ਨੂੰ ਮੇਕ ਇਨ ਇੰਡੀਆ, ਮੇਡ ਇਨ ਇੰਡੀਆ, ਮੁਦਰਾ ਬੈਂਕ। ਅੱਜ ਕ੍ਰਾਂਤੀਕਾਰੀ ਉਪਲਬਧੀ ਜਿਹੜੀ ਹੈ ਲੇਬਰ ਲਾਜ਼ ਦੇ ਵਿੱਚ ਹੋਈ ਹੈ। ਲੇਬਰ ਦੀ ਸੁਵਿਧਾਵਾਂ, ਲੇਬਰ ਅੱਜ ਆਤਮ ਨਿਰਭਰ ਹੋ ਰਹੀ ਹੈ। ਸੋ ਉਹ ਮੈਂ ਸਮਝਦਾ ਵਾ ਪ੍ਰੇਰਨਾ ਲੈਣਗੇ ਸਾਰੇ ਦੇਸ਼। ਔਰ ਜੋ ਇਹਦਾ ਉਹਨਾਂ ਨੇ ਨਾਰਾ ਦਿੱਤਾ ਹੈ ਕਿ ਜੋ ਭਵਿੱਖ ਸਭ ਦਾ ਹੈਗਾ ਉਹ ਇੱਕ ਹੋਏ। ਸੋ ਇਹ ਜਿਹੜੀ ਚੇਅਰਮੈਨਸ਼ਿਪ ਹੈ, ਅਧਿਕਸ਼ਤਾ ਹੈ, ਇਹ ਮੋਦੀ ਜੀ ਕੋਲ 30 ਨਵੰਬਰ ਤੱਕ ਰਹੇਗੀ 2023 ਤੱਕ। ਉਸ ਤੋਂ ਬਾਅਦ ਉਹ ਬ੍ਰਾਜ਼ੀਲ ਨੂੰ ਇਹ ਹੈਂਡਓਵਰ ਕਰਨਗੇ। जगमोहन जी,
ਅੰਮ੍ਰਿਤਸਰ ਨੂੰ ਬੜੇ ਮਾਣ ਵਾਲੀ ਗੱਲ ਹੈ ਕਿ G20 ਦੀ ਸ਼ੁਰੂਆਤ ਇੱਥੋਂ ਹੋਣ ਜਾ ਰਹੀ ਹੈ 15 ਤੋਂ ਲੈ ਕੇ 19 ਤੱਕ ਜਾਂ 20 ਤਰੀਕ ਤੱਕ ਚੱਲੇਗਾ। ਸੋ ਕੀ ਉਹਦੇ ਵਿੱਚ ਪ੍ਰੋਗਰਾਮ ਰਹਿਣਗੇ, ਕੀ ਇੱਥੇ ਉਲੀਕੇ ਗਏ ਨੇ ਪ੍ਰੋਗਰਾਮ? ਦੇਖੋ ਕੁਝ ਟਾਈਮ ਪਹਿਲਾਂ 7-8 ਮਹੀਨਾ ਪਹਿਲਾਂ ਮੈਂ ਇੱਕ ਵਾਰੀ ਪ੍ਰਧਾਨ ਮੰਤਰੀ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਕਿਹਾ ਜੀ ਕਿ ਪੰਜਾਬ ਬਾਕੀ ਸਭ ਚੀਜ਼ਾਂ ਕਰਕੇ ਐਜੂਕੇਸ਼ਨ ਤੋਂ ਅਸੀਂ ਬਹੁਤ ਪਿੱਛੇ ਹਾਂ ਤੇ ਅੰਮ੍ਰਿਤਸਰ ਨੂੰ ਐਜੂਕੇਸ਼ਨ ਹੱਬ ਬਣਾਇਆ ਜਾਏ ਔਰ ਤੁਸੀਂ ਮੈਂ ਇੱਕ ਵੱਡਾ ਕਾਨਫਰੰਸ ਆਪਾਂ ਕਰਨਾ ਚਾਹੀਦਾ ਜੇ ਤੁਸੀਂ ਆਓ ਔਰ ਉਹਨੂੰ ਐਡਰੈਸ ਕਰੋ ਸੋ ਦੈਟ ਆਪਾਂ ਅੰਮ੍ਰਿਤਸਰ ਨੂੰ ਐਜੂਕੇਸ਼ਨ ਹੱਬ ਬਣਾਈਏ। ਤਾਂ ਉਹਨਾਂ ਨੇ ਜਵਾਬ ਨਹੀਂ ਦਿੱਤਾ, ਸਮਾਈਲ ਕੀਤੀ ਔਰ ਜਵਾਬ ਨਹੀਂ ਦਿੱਤਾ। ਫਿਰ ਜਦੋਂ ਅੰਮ੍ਰਿਤਸਰ ਦਾ ਇਹ G20 ਦੇ ਵਿੱਚ ਐਜੂਕੇਸ਼ਨ ਔਰ ਲੇਬਰ ਦਾ ਅਨਾਉਂਸਮੈਂਟ ਹੋਈ ਫਿਰ ਪਿਛਲੇ ਹੁਣੀ ਜਦੋਂ ਮੀਟਿੰਗਸ ਦੇ ਵਿੱਚ ਮੈਂ ਉਹਨਾਂ ਦਾ ਨਾਲ ਫਿਰ ਮਿਲਿਆ ਤਾਂ ਦੇਖ ਕੇ ਮੈਨੂੰ ਕਹਿੰਦੇ ਆਪ ਖੁਸ਼ ਹੋ। ਤਾਂ ਬੇਸਿਕਲੀ ਇਹ ਇੱਕ ਬਹੁਤ ਵੱਡਾ ਸੋਚਾ ਸੁਚਾਇਆ ਮੋਦੀ ਜੀ ਦਾ ਪੰਜਾਬ ਨੂੰ ਇੱਕ ਗਿਫਟ ਹੈ ਕਿ ਬਾਕੀ ਗਲੋਬਲ ਲੈਵਲ ਤੇ ਜੋ ਐਜੂਕੇਸ਼ਨ ਪਾਲਿਸੀਜ਼ ਬਣਨੀਆਂ ਉਹ ਤਾਂ ਬਣਨੀਆਂ ਪਰ ਇਹ ਕਾਨਫਰੰਸ ਖਾਸ ਕਰਕੇ ਅੰਮ੍ਰਿਤਸਰ ਨੂੰ ਇਸ ਲਈ ਦਿੱਤੀ ਗਈ ਹੈ ਕਿ ਐਡੇ ਵੱਡੇ ਲੀਡਰ ਜਦੋਂ ਆਉਣਗੇ ਸਪੈਸ਼ਲੀ USA ਦੇ, ਚਾਈਨਾ ਦੇ, ਬ੍ਰਾਜ਼ੀਲ ਦੇ, ਯੂਰਪ ਦੇ, UK ਦੇ, ਜਿੱਥੇ ਬੈਸਟ ਆਫ ਦਾ ਯੂਨੀਵਰਸਿਟੀਜ਼ ਨੇ ਤੇ ਮੈਨੂੰ ਲੱਗਦਾ ਜਦੋਂ ਆ ਕੇ ਇੱਥੇ ਦੇਖਣਗੇ ਔਰ ਜਿਸ ਤਰ੍ਹਾਂ ਇੰਪੋਰਟੈਂਸ ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ ਲਈ ਦਿੱਤੀ ਹੈ ਕੋਈ ਨਾ ਕੋਈ ਅੱਛੀਆਂ ਯੂਨੀਵਰਸਿਟੀਆਂ ਇੱਥੇ ਜ਼ਰੂਰ ਆਉਣਗੀਆਂ। ਇਹ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ G20 ਦੇ ਇਸ ਇਵੈਂਟ ਦੀ ਅੰਮ੍ਰਿਤਸਰ ਦੇ ਵਿੱਚ ਹੋਣ ਦੀ। ਉਹਦੇ ਨਾਲ ਹੀ ਜਿੱਦਾਂ ਤੁਹਾਨੂੰ ਪਤਾ 19 ਔਰ 20 ਨੂੰ ਲੇਬਰ ਦੇ ਉੱਤੇ ਹੋਏਗੀ। ਲੇਬਰ ਕਹਿਣ ਨੂੰ ਲੇਬਰ ਹੈ ਕਿਉਂਕਿ ਇਟਸ ਅ ਟ੍ਰੈਡੀਸ਼ਨਲ ਵਰਡ, ਅਦਰਵਾਈਜ਼ ਇਟ ਇਜ਼ ਮੋਰ ਲਿੰਕਡ ਵਿਦ ਸਕਿੱਲ ਡਿਵੈਲਪਮੈਂਟ ਐਂਡ ਐਜੂਕੇਸ਼ਨ ਪਲੱਸ ਪ੍ਰੋਐਕਟਿਵ ਪਾਲਿਸੀਜ਼ ਫਾਰ ਦਾ ਲੇਬਰ। ਇਹ ਓਵਰਆਲ ਪੂਰਾ ਯੂਨੀਵਰਸ ਹੈ ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਇਵੈਂਟ ਮੋਦੀ ਜੀ ਨੇ ਸਪੈਸੀਫਿਕਲੀ ਕੌਨਸ਼ੀਅਸਲੀ ਸੋਚ ਵਿਚਾਰ ਕਰਕੇ ਅੰਮ੍ਰਿਤਸਰ 'ਚ ਇਵੈਂਟ ਕਰਾਏ ਨੇ। ਤਾਂ ਇਹਦੇ ਲਈ ਸਾਨੂੰ ਸਾਰੇ ਪੰਜਾਬ ਨੂੰ, ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੀ। ਜਗਮੋਹਨ ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਐਜੂਕੇਸ਼ਨ ਲਈ ਅਸੀਂ ਸਬਮਿਟ ਹੋ ਰਿਹਾ ਹੈ, ਲੇਬਰ ਲਈ ਸਬਮਿਟ ਹੋ ਰਿਹਾ, ਪਰ ਮੌਜੂਦਾ ਸਰਕਾਰ ਐਜੂਕੇਸ਼ਨ ਦੇ ਉੱਤੇ ਕਰ ਰਹੀ ਹੈ ਕੰਮ ਜਿਹੜਾ ਕਰ ਰਹੀ ਹੈ ਉਹ ਕਹਿੰਦੀ ਹੈ ਜੀ ਕਿ ਬਹੁਤ ਜ਼ਿਆਦਾ ਕੰਮ ਕਰ ਰਹੇ ਹਨ। ਦੇਖੋ ਉਹ ਵਾਈਟ ਵਾਸ਼ਿੰਗ ਕਰਦੇ ਨੇ। ਵਾਈਟ ਵਾਸ਼ਿੰਗ ਤੁਸੀਂ ਜਾਣਦੇ ਹੋਵੋਗੇ ਕਿ ਪੁਰਾਣੀ ਇਮਾਰਤ ਹੋਏ ਉਹਦੇ ਤੇ ਵਾਈਟ ਵਾਸ਼ ਕਰ ਦਿਓ ਔਰ ਨਵਾਂ ਰੰਗ ਦੇ ਕੇ ਕਹੋ ਜੀ ਇਹ ਮੈਂ ਕਰਤਾ। ਮੋਦੀ ਜੀ ਫਾਊਂਡੇਸ਼ਨਲ ਕੰਮ ਕਰਦੇ ਨੇ, ਮੋਦੀ ਜੀ ਫਿਊਚਰਿਸਟਿਕ ਕੰਮ ਕਰਦੇ ਨੇ, ਮੋਦੀ ਜੀ ਅਸਲੀਅਤ ਵਾਲਾ ਕੰਮ ਕਰਦੇ ਨੇ। ਉਹ ਵਾਈਟ ਵਾਸ਼ਿੰਗ ਨਹੀਂ ਕਰਦੇ, ਪੈਚ ਵਰਕ ਨਹੀਂ ਕਰਦੇ, ਫਸਟ ਏਡ ਨਹੀਂ ਕਰਦੇ, ਠੀਕ ਹੈ ਜੀ। ਇਸ ਲਈ ਕਿ ਫੋਰਨ ਦੀਆਂ ਯੂਨੀਵਰਸਿਟੀਆਂ ਆਉਣ ਇੱਥੇ, ਹਾਰਵਰਡ ਇੱਥੇ ਆਏ, ਆਕਸਫੋਰਡ ਇੱਥੇ ਆਏ, ਕੈਂਬਰਿਜ ਇੱਥੇ ਆਏ, ਜਿਹੜੇ ਬੱਚੇ ਸਾਡੇ ਕੈਨੇਡਾ ਜਾ ਤੇ USA ਜਾ ਆਸਟ੍ਰੇਲੀਆ ਪੜ੍ਹਦੇ ਨੇ ਉਹਨਾਂ ਨੂੰ ਇੱਥੇ ਹੀ ਯੂਨੀਵਰਸਿਟੀਆਂ ਹੋਣ। ਇਹ ਵਿਜ਼ਨ ਹੈ ਮੋਦੀ ਜੀ ਦੀ ਔਰ ਆਪ ਦੀ, ਕੇਜਰੀਵਾਲ ਜੀ ਦੀ, ਭਗਵੰਤ ਮਾਨ ਜੀ ਦੀ ਇਹ ਵਿਜ਼ਨ ਹੈ ਕਿ ਪੁਰਾਣਾ ਸਕੂਲ ਲਓ, ਉਹਦੇ ਤੇ ਵਾਈਟ ਵਾਸ਼ ਕਰੋ ਤੇ ਪ੍ਰੈਜ਼ੈਂਟ ਕਰ ਦਿਓ ਸਕੂਲ ਆਫ ਐਮੀਨੈਂਸ। 2024 ਨਹੀਂ ਦੇਖਿਆ ਜਾ ਰਿਹਾ, ਉਸ ਨੂੰ ਦੇਖ ਕੇ ਨਹੀਂ ਕਹਿ ਰਿਹਾ 2024 ਦੇ ਵਿੱਚ ਇਲੈਕਸ਼ਨ ਹੋਣੇ ਨੇ, ਉਸ ਨੂੰ ਵੇਖ ਕੇ ਪੰਜਾਬ ਨੂੰ ਜ਼ਿਆਦਾ ਕੀਤਾ ਗਿਆ ਹੋਵੇ ਸ਼ਾਮਲ ਇਸ ਸਮਿਟ ਦੇ ਵਿੱਚ? ਦੇਖੋ 2024 ਤਾਂ ਇੱਕ ਪਾਸੇ ਤੁਸੀਂ ਕਰ ਦਿਓ ਪਰ ਨਰਿੰਦਰ ਮੋਦੀ ਜੀ ਦਾ ਖੁਦ ਪਰਸਨਲ ਜਿਹੜਾ ਕਮਿਟਮੈਂਟ ਹੈ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ, ਉਹ ਇਹਦੇ ਨਾਲ ਬੜੇ ਸਾਲ ਪਹਿਲਾਂ ਐਸੋਸੀਏਟਡ ਰਹੇ ਨੇ, ਇੱਥੋਂ ਦੇ ਉਹ ਪ੍ਰਭਾਰੀ ਰਹੇ ਨੇ, ਉਹਨਾਂ ਨੂੰ ਇੱਕ ਲਗਾਓ ਹੈ। ਉਹ ਖੁਦ ਮੈਨੂੰ ਦੱਸਿਆ ਸੀ ਕਿ ਮੂਲ ਮੰਤਰ ਦਾ ਪਾਠ ਕਰਦੇ ਨੇ। ਉਹਨਾਂ ਨੇ ਮੈਨੂੰ ਇੱਕ ਵਾਰੀ ਖੁਦ ਕਿਹਾ ਕਿ तुम भी पाठ करते हो? मैं कहा जी हाँ। कहते कौन सा करते हो? मैं कहा जप्पी साहब। कहते सुखमनी साहब भी क्या करो। व्हाट आई एम ट्राइंग टू से इज ही हैज़ अ स्पेशल लव फॉर पंजाब एंड सिक्स। सो लेट्स नॉट मिक्स इट विद पॉलिटिक्स। 2024 इलेक्शन होए ਜਾਂ नहीं होए, जो उन्हों की सोच पंजाब बारे है कि पंजाब पिछे रह गया है, इनू अगे लेके आना, वो चेंज नहीं हो सकती, वो अटल है। ਜਗਮੋਹਨ ਜੀ बड़े मान वाली गल है ਅੰਮ੍ਰਿਤਸਰ ਨੂੰ ਕਿ ਇਸ ਅੰਮ੍ਰਿਤਸਰ ਦੇ ਵਿੱਚ ਸਬਮਿਟ ਸ਼ੁਰੂ ਹੋ ਰਿਹਾ ਹੈ, ਪਰ ਕੁਝ ਗਰਮ ਖਿਆਲੀ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸੰਮੇਲਨ ਅਸੀਂ ਪੈਰਲਰ ਸਮਾਂਤਰ ਅਸੀਂ ਪੰਜਾਬ ਸੰਮੇਲਨ ਕਰਾਵਾਂਗੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਸੰਮੇਲਨ ਵਰਸਸ G20? देखो जे ਤਾਂ ਵਿਕਾਸ ਤੇ ਕੰਪੀਟੀਸ਼ਨ ਹੋਏ, ਜੇ ਤਾਂ ਐਜੂਕੇਸ਼ਨ ਤੇ ਕੰਪੀਟੀਸ਼ਨ ਹੋਏ, ਤੁਸੀਂ ਇੱਥੇ ਸੰਮੇਲਨ ਕਰ ਰਹੇ ਹੋ, ਅਸੀਂ ਵੀ ਐਜੂਕੇਸ਼ਨ ਦਾ ਕਰਵਾ ਰਹੇ ਹਾਂ, ਤੁਸੀਂ ਇੱਥੇ ਵਿਕਾਸ ਦਾ ਕਰਵਾ ਰਹੇ ਹੋ, ਅਸੀਂ ਵੀ ਇੱਥੇ ਵਿਕਾਸ ਦਾ ਕਰਾ ਰਹੇ ਹਾਂ, ਇੱਥੇ ਤੁਸੀਂ ਨੈਸ਼ਨਲ ਸਿਕਿਉਰਿਟੀ ਦਾ ਕਰਵਾ ਰਹੇ ਹਾਂ, ਅਸੀਂ ਵੀ ਨੈਸ਼ਨਲ, ਐਸੇ ਕੰਪੀਟੀਸ਼ਨ ਹੋਣੇ ਚਾਹੀਦੇ ਨੇ। ਪਰ ਜੇ ਲੈਗ ਪੁਲਿੰਗ ਕਰਨੀ ਹੈ ਕਿ ਜੀ ਇੱਕ ਬੰਦਾ ਤੁਹਾਡਾ ਸੇਵਾ ਕਰਨਾ ਚਾਹੁੰਦਾ ਹੈ, ਤੁਸੀਂ ਆਪਣਾ ਏਜੰਡਾ ਵਧਾਉਣ ਦੇ ਲਈ ਉਸ ਨੂੰ ਡਿਸਟਰੈਕਟ ਕਰਨ ਲਈ, ਆਪਣੀ ਸੋਚ ਨੂੰ ਜਿਹੜੀ ਗਲਤ ਹੈ ਉਹਨੂੰ ਵਧਾਉਣ ਲਈ ਕੁਝ ਕਰਨਾ ਚਾਹੁੰਦੇ ਹੋ,
ਉਹ ਮੈਂ ਸੋਚਦਾ ਹਾਂ ਕਿ ਮੇਲਾ ਲੁੱਟਣ ਵਾਲੀ ਗੱਲ ਹੈ, ਪਰ ਉਹ ਅੱਜ ਕੱਲ੍ਹ ਜਨਤਾ ਬੜੀ ਸਮਝਦਾਰ ਹੈ। ਉਹ ਜਾਣਦੇ ਨੇ ਕਿ ਉਹਨਾਂ ਦੇ ਹੱਕ 'ਚ ਕੀ ਹੈ, ਤਾਂ ਜਨਤਾ ਆਪਣੇ ਆਪ ਜਿਹਦੇ ਨਾਲ ਉਹਨਾਂ ਨੂੰ ਜੁੜਨਾ ਉਹਨਾਂ ਨਾਲ ਹੀ ਜੁੜੇਗੀ ਜੀ। शुक्रिया सर। सो जगमोहन सिंह राजू, श्वेत मलिक और डॉक्टर राजकुमार वेरका भाजपा ਦੇ ਸਾਰੇ ਹੀ ਆਗੂ ਨੇ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਹੁਣ ਕੱਲ ਤੋਂ ਯਾਨੀ 15 ਤਰੀਕ ਤੋਂ ਜਿਹੜਾ ਸਬਮਿਟ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ G20 ਦਾ, ਉਸ ਵਿੱਚ ਜਿਹੜੇ ਜਿਹੜੇ ਪ੍ਰੋਗਰਾਮ ਨੇ ਉਹਨੂੰ ਉਲੀਕਿਆ ਜਾਏਗਾ। ਕਿਹੜੇ ਪ੍ਰੋਗਰਾਮ ਕਰ ਰਹੇ ਨੇ, ਖਾਸ ਕਰਕੇ ਇੱਕ ਗੱਲ ਕਹੀ ਗਈ ਹੈ ਕਿ ਪ੍ਰਧਾਨ ਮੰਤਰੀ ਦੀ ਸੋਚ ਪੰਜਾਬੀਆਂ ਲਈ ਜਿਸ ਤਰ੍ਹਾਂ ਦੀ ਸੀਗੀ ਉਸ ਨੂੰ ਲੈ ਕੇ ਇਸ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਸਬਮਿਟ ਹੋ ਰਹੀ ਹੈ, ਜਿਹਦੇ ਵਿੱਚ ਲੇਬਰ ਔਰ ਐਜੂਕੇਸ਼ਨ ਦੇ ਉੱਤੇ ਹੀ ਵਿਚਾਰਾਂ ਹੋਣਗੀਆਂ ਔਰ ਵਿਚਾਰਾਂ ਨੂੰ ਸਾਂਝਾ ਕੀਤਾ ਜਾਏਗਾ ਔਰ ਇਸ ਦੇ ਹੱਲ ਕੱਢੇ ਜਾਣਗੇ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।